ਸਾਰੇ ਜੱਗ 'ਤੇ ਵਸਣ ਵਾਲੇ ਪੰਜਾਬੀ ਪਿਆਰਿਆਂ ਦੀ ਸੇਵਾ ਵਿੱਚ ਤੁਹਾਡਾ ਸੱਜਣ, ਤੁਹਾਡਾ ਬੇਲੀ, ਤੁਹਾਡਾ ਮਿੱਤਰ, ਤੁਹਾਡਾ ਵੀਰ, ਤੁਹਾਡਾ ਭਰਾ ਅਤੇ ਮਾਂ ਬੋਲੀ ਦਾ ਨਿੱਕਾ ਜਿਹਾ ਸੇਵਕ ਡਾਕਟਰ MS ਬਾਬਰ ਹਾਜ਼ਰ ਹੈ ਜਨਾਬ ਇਲਿਆਸ ਘੁੰਮਣ ਹੋਰਾਂ ਦੀ ਜੱਗ ਧੁੰਮੀ ਕਿਤਾਬ ਵੰਡ ਦੀ ਕਿਸ਼ਤ ਨੰਬਰ 119 ਦੇ ਨਾਲ। ਅਤੇ ਅੱਜ ਇਹਦੇ 'ਚ ਕਹਾਣੀ 77ਵੀਂ ਸ਼ਾਮਿਲ ਹੈ। ਕਹਾਣੀ ਹੈ ਜੀ ਇਹੋ ਜਿਹੇ ਦਿਨ ਮੁੜ ਕੇ ਨਾ ਵੇਖਣੇ ਪੈਣ, ਅਤੇ ਇਹਦੇ ਲਿਖਿਆਰ ਨੇ ਜੋਗਿੰਦਰ ਭਾਟੀਆ। ਅਤੇ ਆਓ ਫਿਰ ਕਹਾਣੀ ਸ਼ੁਰੂ ਕਰਨੇ ਆ। ਮੈਂ ਲਗਭਗ 5 ਸਾਲਾਂ ਦਾ ਹੋਵਾਂਗਾ ਜਦੋਂ ਰੌਲੇ ਪੈ ਗਏ। ਮਾਂ ਦੱਸਦੀ ਸੀ ਕਿ ਤੇਰਾ ਜਨਮ ਭਾਦਰੋਂ ਦਾ ਹੈ, ਪਰ ਸਹੀ ਤਰੀਕ ਸਨ ਕਿਸੇ ਨੂੰ ਨਹੀਂ ਪਤਾ। ਜਿੱਥੋਂ ਤੱਕ ਮੇਰੇ ਬਾਲਪਨ ਨੂੰ ਯਾਦ ਹੈ ਕਿ ਸਾਡਾ ਪਿੰਡ ਜਕਾਲੀਆਂ ਜ਼ਿਲ੍ਹਾ ਗੁਜਰਾਤ ਪਾਕਿਸਤਾਨ ਵਿੱਚ ਪੈਂਦਾ ਸੀ। ਮੇਰੇ ਨਾਨਕੇ ਖੇਹੀਆਂ ਅਤੇ ਦਾਦਕੇ ਜਾਰੇ ਚੱਕ ਸਨ। ਮੇਰਾ ਮਾਮਾ ਕੋਈ ਨਹੀਂ ਸੀ। ਜਦੋਂ ਕਦੀ ਮਾਂ ਨਾਲ ਮੈਂ ਨਾਨਕੇ ਆਉਂਦਾ ਤਾਂ ਹਰ ਇੱਕ ਕੋਈ ਮੈਨੂੰ ਕੰਧਾੜੇ ਉੱਤੇ ਚੁੱਕੀ ਫਿਰਦਾ ਅਤੇ ਕਹਿੰਦੇ ਈਸ਼ਰ ਸਿੰਘ ਦਾ ਦੋਹਤਾ ਆਇਆ ਹੈ। ਦਾਦਾ ਜੀ ਤਾਂ ਜਦੋਂ ਦੇ ਗੁਜ਼ਰ ਚੁੱਕੇ ਸਨ, ਅਤੇ ਦਾਦੀ ਜੀ ਨੂੰ ਤਾਂ ਮੈਂ ਵੇਖਿਆ ਤੱਕ ਨਹੀਂ ਸੀ। ਪਿਤਾ ਜੀ ਅਕਸਰ ਫਾਲੀਆ, ਪਾੜੀਆਂ ਵਾਲੀ, ਖਾਰੀਆਂ, ਡਿੰਗਾ, ਲਾਲਾ ਮੂਸਾ ਅਤੇ ਵਜ਼ੀਰਾਬਾਦ ਆਦਿ ਦੇ ਜ਼ਿਕਰ ਕਰਿਆ ਕਰਦੇ ਸਨ। ਮੈਨੂੰ ਨਾਨਕਿਆਂ ਦਾਦਕਿਆਂ ਦਾ ਥੋੜ੍ਹਾ ਸੰਭਾਲਾ ਜ਼ਰੂਰ ਹੈ, ਸਿਰਫ ਉਹਨਾਂ ਮਕਾਨਾਂ ਦਾ ਜਿੱਥੇ ਅਸੀਂ ਰਹਿੰਦੇ ਸਾਂ, ਪਰ ਗਲੀਆਂ ਬਾਜ਼ਾਰਾਂ ਦਾ ਨਹੀਂ ਪਤਾ। ਹਾਂ, ਸਿਰਫ ਆਪਣੇ ਪਿੰਡ ਜਕਾਲੀਆਂ ਦੀ ਹੋਸ਼ ਹੈ, ਜਿੱਥੇ ਪਿਤਾ ਜੀ ਸਕੂਲ 'ਚ ਪੜ੍ਹਾਉਂਦੇ ਸਨ। ਉਹਨਾਂ ਗਲੀਆਂ ਬਾਜ਼ਾਰਾਂ ਦੇ ਧੁੰਦਲੇ ਨਕਸ਼ ਅਜੇ ਵੀ ਮੇਰੇ ਸਾਹਮਣੇ ਆ ਕੇ ਮੈਨੂੰ ਕਦੇ ਕਦੇ ਬੇਚੈਨ ਕਰ ਜਾਂਦੇ ਹਨ। ਸਾਡੇ ਘਰ ਦਾ ਦਰਵਾਜ਼ਾ ਪੱਛਮ ਵੱਲ ਸੀ। ਮਹੱਲੇ 'ਚ ਬੜੀ ਰੌਣਕ ਹੁੰਦੀ ਸੀ। ਨਾਲ ਹੀ ਇੱਕ ਮਸੀਤ ਸੀ ਜਿੱਥੇ ਮੈਂ ਗਲੀ ਦੇ ਬੱਚਿਆਂ ਨਾਲ ਖੇਡਦਾ ਹੁੰਦਾ ਸੀ। ਇੱਕ ਵਾਰ ਮੈਂ ਕਿਸੇ ਮੁਸਲਮਾਨ ਦੇ ਘਰ ਚਲਿਆ ਗਿਆ। ਉਹਨਾਂ ਮੈਨੂੰ ਖਾਣ ਲਈ ਮਕਈ ਦੇ ਫੁੱਲੇ ਦਿੱਤੇ। ਜਦੋਂ ਘਰਦਿਆਂ ਨੂੰ ਪਤਾ ਲੱਗਿਆ ਤਾਂ ਮੈਨੂੰ ਘਰੋਂ ਚੰਗੀ ਡਾਂਟ ਪਈ ਸੀ। ਉਦੋਂ ਮੈਨੂੰ ਕੁਝ ਸਮਝ ਨਹੀਂ ਸੀ। ਆਪਣੀ ਗਲੀ ਦੇ ਅਖੀਰ 'ਤੇ ਇੱਕ ਲੰਮਾ ਸਾਰਾ ਪੂਰਬ ਪੱਛਮ ਬਾਜ਼ਾਰ ਪੈਂਦਾ ਸੀ। ਉਸ ਚੌਕ 'ਚ ਮੇਰੇ ਫੁੱਫੜ ਦੀ ਦੁਕਾਨ ਸੀ, ਅਤੇ ਉਸ ਤੋਂ ਅੱਗੇ ਜਾਈਏ ਤਾਂ ਮੇਰਾ ਸਕੂਲ ਸੀ। ਉਸ ਪਿੰਡ ਵਿੱਚ ਕੁਝ ਪਠਾਨ ਵੀ ਰਹਿੰਦੇ ਸਨ, ਜਿਨ੍ਹਾਂ ਨੂੰ ਸ਼ਾਇਦ ਰਾਸ਼ੇ ਕਹਿੰਦੇ ਸਨ। ਮੈਂ ਉਦੋਂ ਪਹਿਲੀ ਜਮਾਤ 'ਚ ਪੜ੍ਹਦਾ ਸਾਂ। ਇੱਕ ਵਾਰ ਅਸੀਂ ਹਿੰਦੂ, ਸਿੱਖ ਅਤੇ ਮੁਸਲਮਾਨ ਬੱਚੇ ਆਪਣੇ ਸਕੂਲ 'ਚ ਖਲੋਤੇ ਸਾਂ ਕਿ ਕੁਝ ਪਠਾਨ ਬੱਚਿਆਂ ਨੇ ਸਾਡੇ ਉੱਤੇ ਬਿਨਾਂ ਮਤਲਬ ਦੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਸਨ। ਅਸੀਂ ਰਲ ਕੇ ਉਸ ਦਾ ਜਵਾਬ ਦਿੱਤਾ। ਉਹਨਾਂ ਇਸ ਤਰ੍ਹਾਂ ਕਿਉਂ ਕੀਤਾ? ਅਸੀਂ ਅਣਜਾਣ ਬਾਲ ਸਾਂ, ਪਰ ਇੰਨਾ ਜ਼ਰੂਰ ਪਤਾ ਸੀ ਕਿ ਉਹ ਅਨਪੜ੍ਹ, ਜਾਹਿਲ ਅਤੇ ਲੜਨ ਮਰਨ ਨੂੰ ਦਲੇਰ ਹੁੰਦੇ ਸਨ। ਸਾਡੇ ਪਿੰਡ ਤੋਂ ਅਕਸਰ ਲੜਾਕੂ ਹਵਾਈ ਜਹਾਜ਼ ਕਤਾਰਾਂ ਬਣੀਆਂ ਉੱਡੀਆਂ ਇੱਲਾਂ ਵਾਂਗ ਲੰਘਿਆ ਕਰਦੇ ਸਨ। ਉਹਨਾਂ ਨੂੰ ਵੇਖ ਕੇ ਅਸੀਂ ਸਿਰ ਨੀਵਾਂ ਕਰਕੇ ਲੁਕ ਜਾਂਦੇ ਸਾਂ। ਸ਼ਾਇਦ ਦੂਜੀ ਜੰਗ ਹੋ ਕੇ ਹਟੀ ਸੀ ਜਾਂ ਕੁਝ ਹੋਰ ਕਾਰਨ। ਸਾਡੇ ਸਕੂਲ ਵਾਲੇ ਪਾਸੇ ਖੁੱਲ੍ਹੇ ਖੇਤਾਂ ਵਿੱਚ ਅਸੀਂ ਕਈ ਵਾਰ ਮਸ਼ਕਾਂ ਕਰਦੇ ਗੋਰੇ ਅੰਗਰੇਜ਼ ਫੌਜੀ ਵੀ ਵੇਖੇ ਸਨ। ਚੱਲਦੀਆਂ ਫੌਜੀ ਗੱਡੀਆਂ ਅਤੇ ਟੈਂਕਾਂ ਦੀ ਧੂੜ ਤੋਂ ਅਸੀਂ ਜ਼ਰਾ ਦੂਰ ਹੀ ਰਹਿੰਦੇ। ਮਿਲਟਰੀ ਵਾਲੇ ਖਾ ਪੀ ਕੇ ਖਾਲੀ ਡੱਬੇ ਚੱਲਦੇ ਖੂਹਾਂ ਦੀਆਂ ਖਾਲਾਂ 'ਚ ਸਾਡੇ ਵੱਲ ਵਗਾਹ ਮਾਰਦੇ। ਉਹਨਾਂ ਨੂੰ ਅਸੀਂ ਚਾਈਂ ਚੁੱਕ ਲੈਂਦੇ ਸਾਂ ਅਤੇ ਰਾਹ 'ਚ ਆਉਂਦੇ ਮਲਿਆਂ ਤੋਂ ਬੇਰ ਖਾਂਦੇ ਘਰਾਂ ਨੂੰ ਪਰਤਵਾਉਂਦੇ। ਕਿੰਨੀ ਬੇਫਿਕਰੀ ਸੀ। ਮੈਨੂੰ ਆਪਣੇ ਬਚਪਨ ਦੀ ਇੱਕ ਘਟਨਾ ਯਾਦ ਕਰਕੇ ਪਹਿਲਾਂ ਖੁਸ਼ੀ ਅਤੇ ਫਿਰ ਉਦਾਸੀ ਛਾ ਜਾਂਦੀ ਹੈ। ਗੱਲ ਇਸ ਤਰ੍ਹਾਂ ਹੈ ਕਿ ਪਿਤਾ ਜੀ ਪਹਿਲੀ ਜਮਾਤ ਨੂੰ ਪੜ੍ਹਾ ਰਹੇ ਸਨ। ਅਚਾਨਕ ਇੱਕ ਸਕੂਲ ਦਾ ਇੰਸਪੈਕਟਰ ਆ ਗਿਆ। ਉਸ ਨੂੰ ਵੇਖ ਕੇ ਮੈਂ ਇੰਨਾ ਡਰਿਆ ਕਿ ਪਿਤਾ ਜੀ ਦੀ ਕਲਾਸ 'ਚੋਂ ਭੱਜ ਕੇ ਇੱਕ ਖੁੱਲ੍ਹੇ ਮੈਦਾਨ 'ਚ ਇੱਕ ਲੰਮੀ ਗੇਲੀ ਦੇ ਉਹਲੇ ਜਾ ਕੇ ਲੁਕ ਗਿਆ। ਜਦੋਂ ਇੰਸਪੈਕਟਰ ਚਲਿਆ ਗਿਆ ਤਾਂ ਪਿਤਾ ਜੀ ਮੈਨੂੰ ਲੱਭਣ ਲੱਗੇ। ਮੈਂ ਅਜੇ ਵੀ ਆਪਣੀ ਧੌਣ ਹੇਠਾਂ ਸੁੱਟੀ ਬੈਠਾ ਸਾਂ। ਅਖੀਰ ਉਹਨਾਂ ਆ ਕੇ ਮੈਨੂੰ ਪਿੱਛੋਂ ਦੀ ਫੜ ਲਿਆ ਅਤੇ ਪੋਲਾ ਜਿਹਾ ਧੱਫਾ ਮਾਰ ਕੇ ਕਹਿਣ ਲੱਗੇ, ਚੋਰ ਫੜਿਆ ਗਿਆ। ਉਹਨਾਂ ਦੇ ਕਲਾਵੇ 'ਚ ਆ ਕੇ ਮੇਰਾ ਸਾਰਾ ਡਰ ਜਾਂਦਾ ਰਿਹਾ। ਬੜੇ ਚੰਗੇ ਦਿਨ ਗੁਜ਼ਰ ਰਹੇ ਸਨ। ਫਿਰ ਜਿਵੇਂ ਕੋਈ ਭੁਚਾਲ ਆ ਜਾਂਦਾ ਹੈ, ਲੋਕਾਂ 'ਚ ਘੁਸਰ ਮੁਸਰ ਹੋਣੀ ਸ਼ੁਰੂ ਹੋ ਗਈ। ਕਹਿੰਦੇ ਦੇਸ਼ ਆਜ਼ਾਦ ਹੋ ਗਿਆ। ਇਹ ਤਾਂ ਖੁਸ਼ੀ ਵਾਲੀ ਗੱਲ ਸੀ, ਪਰ ਇਹ ਆਲੇ ਦੁਆਲੇ ਦੀ ਸੋਗਮਈ ਮਾਤਮ ਵਰਗੀ ਚੁੱਪ-ਚਾਪ ਕੋਈ ਭਾਣਾ ਵਰਤਣ ਦਾ ਸੰਕੇਤ ਦੇ ਰਹੀ ਸੀ। ਚਾਰੇ ਪਾਸੇ ਤੋਂ ਲੁੱਟ-ਮਾਰ ਦੀਆਂ ਖਬਰਾਂ ਆਉਣ ਲੱਗੀਆਂ। ਕਤਲੋ ਗਾਰਤ ਵੀ ਸ਼ੁਰੂ ਹੋ ਗਈ। ਰਾਤ ਵੇਲੇ ਸਾਰੇ ਪਰਿਵਾਰ ਨੂੰ ਨੀਂਦ ਨਾ ਆਉਂਦੀ। ਮਾੜਾ ਜਿਹਾ ਖੜਾਕ ਹੁੰਦਾ ਤਾਂ ਲੋਕ ਚੁਕੰਨੇ ਹੋ ਜਾਂਦੇ।
ਆਪਣੇ ਬਨੇਰਿਆਂ 'ਤੇ ਇਕੱਠੇ ਹੋ ਜਾਂਦੇ। ਮੇਰਾ ਵੱਡਾ ਭਰਾ ਗੁਰਦਿਆਲ ਸਿੰਘ ਉਦੋਂ 10 ਵਰ੍ਹਿਆਂ ਦਾ ਸੀ ਅਤੇ ਉਸ ਤੋਂ ਛੋਟਾ ਭਗਵੰਤ 7.5 ਸਾਲ ਦਾ, ਜੋ ਅੱਜ ਕੱਲ੍ਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ 'ਚ ਬਤੌਰ ਲੇਖਾ ਅਫਸਰ ਲੱਗੇ ਹੋਏ ਹਨ। ਕਾਫੀ ਚਿੰਤਤ ਨਜ਼ਰ ਆ ਰਹੇ ਸਨ। ਮੈਂ ਸਾਰਿਆਂ ਤੋਂ ਨਿੱਕਾ, ਆਪਣੀ ਹੋਸ਼ ਨਹੀਂ ਸੀ। ਹਰ ਇੱਕ ਦੇ ਮਨ ਵਿੱਚ ਇਹ ਸੀ ਕਿ ਹੁਣ ਕੀ ਬਣੇਗਾ। ਦਿਨ ਤਾਂ ਗੁਜ਼ਰ ਜਾਂਦਾ ਸੀ, ਪਰ ਰਾਤ ਲੰਮੇਰੀ ਕਾਲੀ ਸ਼ਾਹ ਮੌਤ ਵਰਗੀ ਜਾਪਦੀ ਸੀ। ਅਸੀਂ ਸਾਰਾ ਟੱਬਰ ਕੋਠੇ ਦੇ ਇੱਕ ਕੋਨੇ 'ਤੇ ਲੱਗੇ ਤੰਦੂਰ ਲਾਗੇ ਬਿਨਾਂ ਰੋਟੀ ਪਾਣੀ ਕੀਤਿਆਂ ਆਪਣੇ ਮੰਜਿਆਂ 'ਤੇ ਹੌਲਾ ਜਿਹਾ ਦਿਲ ਲੈ ਕੇ ਬਹਿ ਜਾਂਦੇ। ਕਦੇ ਕਦੇ ਮੇਰਾ ਤਾਇਆ ਸਾਡੀ ਖਬਰਸਾਰ ਲੈਣ ਆਉਂਦਾ। ਇੱਕ ਦਿਨ ਮੇਰੀ ਮਾਂ ਬਹੁਤ ਹੀ ਉਦਾਸ ਮੇਰੀ ਉਂਗਲ ਫੜੀ ਆਪਣੇ ਦਰਾਂ 'ਚ ਖਲੋਤੀ ਸੀ ਕਿ ਤਾਇਆ ਜੀ ਆ ਗਏ। ਉਸਨੂੰ ਇਸ ਹਾਲਤ 'ਚ ਵੇਖ ਕੇ ਕਹਿਣ ਲੱਗੇ, ਲਾਭ ਕੋਰੇ ਭੌਰਾ ਫਿਕਰ ਨਾ ਕਰ। ਇਹਨਾਂ ਜਵਾਕਾਂ ਦੀ ਹਵਾ ਵੱਲ ਨਹੀਂ ਕੋਈ ਵੇਖ ਸਕਦਾ। ਉਸਨੇ ਹੱਥ ਵਿੱਚ ਲੰਮੀ ਤਲਵਾਰ ਫੜੀ ਹੋਈ ਸੀ ਅਤੇ ਅੱਖਾਂ ਬਲ ਦੀ ਮਸ਼ਾਲ ਵਾਂਗ ਮਚ ਰਹੀਆਂ ਸਨ। ਕਈਆਂ ਨੂੰ ਮਾਰ ਕੇ ਮਰਾਂਗੇ। ਉਹ ਗੱਤਕੇ ਦਾ ਬਹੁਤ ਮਾਹਰ ਸੀ। ਫਿਰ ਇੱਕ ਦਿਨ ਅਸੀਂ ਘਰ ਬੈਠੇ ਸਾਂ ਕਿ ਰੌਲਾ ਪੈ ਗਿਆ ਕਿ ਉਹ ਆ ਗਏ। ਅਸੀਂ ਸਾਰਾ ਪਰਿਵਾਰ ਅਤੇ ਹੋਰ ਪਿੰਡ ਦੇ ਬਹੁਤ ਸਾਰੇ ਲੋਕ ਗੁਰਦੁਆਰੇ ਵਿੱਚ ਇਕੱਠੇ ਹੋ ਗਏ। ਅਸੀਂ ਇਹ ਸ਼ਬਦ ਗਾ ਰਹੇ ਸਾਂ, ਔਖੀ ਘੜੀ ਨਾ ਵੇਖਣ ਦਈ। ਪਿੰਡ ਦੇ ਲੋਕਾਂ ਤੋਂ ਇੰਨਾ ਖਤਰਾ ਨਹੀਂ ਸੀ ਜਿੰਨਾ ਬਾਹਰਲੇ ਆਲ ਦੁਆਲੇ ਪਿੰਡਾਂ ਦੇ ਇਕੱਠ ਤੋਂ ਸੀ। ਪਿੰਡ ਦੇ ਵੱਡੇ ਵੱਡੇ ਮੁਸਲਮਾਨਾਂ ਨੇ ਵਿੱਚ ਪੈ ਕੇ ਉਸ ਦਿਨ ਇਕੱਠ ਨੂੰ ਤਾਂ ਵਾਪਸ ਕਰ ਦਿੱਤਾ ਅਤੇ ਇਸ ਦੇ ਬਦਲੇ ਹਿੰਦੂ ਸਿੱਖ ਅਤੇ ਸ਼ਾਹੂਕਾਰਾਂ ਨੇ ਖੰਡ, ਚੌਲਾਂ ਦੀਆਂ ਬੋਰੀਆਂ ਅਤੇ ਘਿਓ ਦੇ ਟੀਨ ਉਹਨਾਂ ਨੂੰ ਸ਼ੁਕਰਾਨੇ ਵਜੋਂ ਭੇਟ ਕੀਤੇ। ਪਰ ਖਤਰਾ ਅਜੇ ਵੀ ਟਲਿਆ ਨਹੀਂ ਸੀ। ਰੋਜ਼ ਦੀਆਂ ਖਬਰਾਂ ਤੋਂ ਲੱਗਦਾ ਸੀ ਕਿ ਸੁੱਖ ਨਹੀਂ। ਜਿਨ੍ਹਾਂ ਨੇ ਆਜ਼ਾਦੀ ਲੈਣ ਲਈ ਅੰਗਰੇਜ਼ਾਂ ਦਾ ਇਕੱਠਿਆਂ ਮੁਕਾਬਲਾ ਕੀਤਾ, ਅੱਜ ਉਹ ਇੱਕ ਦੂਜੇ ਦੇ ਲਹੂ ਦੇ ਤਿਹਾਏ ਬਣ ਬੈਠੇ ਸਨ। ਕੋਠਿਆਂ 'ਤੇ ਚੜ੍ਹ ਵੇਖੀਦਾ ਸੀ ਕਿ ਦੂਰ ਦੁਰਾਡੇ ਧੂੰਆਂ ਸ਼ਾਮ ਨੂੰ ਕਾਲੇ ਬੱਦਲਾਂ ਵਾਂਗ ਅਸਮਾਨ ਵੱਲ ਉੱਡਦਾ ਹੁੰਦਾ। ਪਿਤਾ ਜੀ ਦੇ ਸਕੂਲ ਦਾ ਹੈੱਡਮਾਸਟਰ, ਜਿਸ ਨੂੰ ਸ਼ਾਹ ਜੀ ਕਰਕੇ ਬੁਲਾਉਂਦੇ ਸਨ, ਮੁਸਲਮਾਨ ਸੈਯਦ ਸੀ ਅਤੇ ਉਸ ਦਾ ਭਰਾ ਬਸ਼ੀਰ ਵੀ ਉਸੇ ਸਕੂਲ ਵਿੱਚ ਪੜ੍ਹਾਉਂਦਾ ਸੀ। ਉਹ ਉਹਨਾਂ ਨੂੰ ਕਈ ਵਾਰ ਕਹਿ ਚੁੱਕੇ ਸਨ, ਸਰਦਾਰ ਜੀ, ਜੇ ਕੋਈ ਖਤਰਾ ਹੋਵੇ ਤਾਂ ਸਾਡੇ ਘਰ ਪਰਿਵਾਰ ਸਮੇਤ ਆ ਜਾਣਾ, ਤੁਹਾਨੂੰ ਕੁਝ ਨਹੀਂ ਹੋਵੇਗਾ। ਸ਼ਾਹ ਪਿੰਡ ਦਾ ਮੰਨਿਆ ਪਰਵੰਨਿਆ ਪਤਵੰਤਾ ਸੀ। ਸਾਰੇ ਮੁਸਲਮਾਨ ਉਸ ਦੇ ਹੱਥ ਸਨ। ਸਾਡੀ ਡੱਬ ਖੜੱਬੀ ਗਾਂ ਅਤੇ ਵੱਛੀ ਉਹ ਪਹਿਲਾਂ ਹੀ ਆਪਣੇ ਘਰ ਲੈ ਗਿਆ। ਉਸ ਦੀ ਅੱਖ ਉਸ 'ਤੇ ਕਈ ਦਿਨਾਂ ਤੋਂ ਸੀ। ਘਰ ਦਾ ਭਾਂਡਾ ਟਿੰਡਾ ਅਤੇ ਨਿੱਕ ਸੁੱਕ ਵੀ ਉਸ ਆਪਣੇ ਕੋਲ ਢੋ ਲਿਆ ਸੀ। ਚਰਖਾ ਅਤੇ ਚੱਕੀ ਵੀ ਨਹੀਂ ਸੀ ਛੱਡੇ। ਕਹਿੰਦਾ ਸੀ, ਜਦੋਂ ਠੰਡ ਹੋਈ, ਮਾਸਟਰ ਹਰਨਾਮ ਸਿੰਘ, ਇਹ ਸਭ ਕੁਝ ਤੇਰਾ ਹੀ ਹੈ। ਤੇਰੀ ਸਾਡੇ ਕੋਲ ਅਮਾਨਤ ਬਚ ਪਈ ਹੈ, ਤੈਨੂੰ ਵਾਪਸ ਕਰ ਦਿਆਂਗੇ। ਪਿਤਾ ਜੀ ਇਹ ਸਭ ਕੁਝ ਨਿੰਮੋ ਝੋਣਾ ਜਿਹਾ ਹੋ ਕੇ ਵੇਖਦੇ ਰਹੇ ਅਤੇ ਮੇਰੀ ਮਾਂ ਨੂੰ ਢਾਰਸ ਦਿੰਦੇ ਕਹਿਣ ਲੱਗੇ, ਜੇ ਜ਼ਿੰਦਗੀ ਹੋਈ ਤਾਂ ਸਭ ਕੁਝ ਬਣ ਜਾਊਗਾ। ਅਜੇ ਕੁਝ ਠੰਡਿਆਰ ਹੀ ਹੋਈ ਸੀ ਕਿ ਅਗਲੇ ਦਿਨ ਗਲੀ 'ਚ ਰੌਲਾ ਪੈ ਗਿਆ। ਉਹ ਆ ਗਏ। ਅਸੀਂ ਆਪਣੇ ਘਰ ਦਾ ਬੂਹਾ ਬੰਦ ਕਰ ਰੱਖਿਆ ਅਤੇ ਸਾਡੀ ਉਦੋਂ ਅਜਿਹੀ ਹਾਲਤ ਸੀ ਜਿਵੇਂ ਕੋਈ ਸ਼ਿਕਾਰੀ ਤੋਂ ਬਚਣ ਲਈ ਹੱਥ ਪੈਰ ਮਾਰਦਾ ਹੈ। ਹਰੇਕ ਨੂੰ ਆਪੋ ਆਪਣੀ ਪਈ ਹੋਈ ਸੀ। ਮੇਰੀ ਮਾਂ ਨੇ ਆਪਣਾ ਸਾਰਾ ਗਹਿਣਾ ਗੱਟਾ ਇੱਕ ਪੋਟਲੀ ਵਿੱਚ ਪਾ ਲਿਆ ਕਿ ਔਖੇ ਵੇਲੇ ਕੰਮ ਆ ਗਿਆ। ਇੰਨੇ ਨੂੰ ਸਾਡਾ ਬਾਹਰਲਾ ਦਰਵਾਜ਼ਾ ਜ਼ੋਰ ਨਾਲ ਖੜਕਿਆ। ਅਸੀਂ ਸਾਰੇ ਭੈਣ ਭਰਾ ਅਤੇ ਪਿਤਾ ਜੀ ਵਿਹੜੇ 'ਚ ਲੱਕੜ ਦੀ ਪੌੜੀ ਰਾਹੀਂ ਕੋਠੇ 'ਤੇ ਚੜ੍ਹ ਗਏ ਸਨ। ਪਰ ਮੇਰੀ ਮਾਂ ਅਜੇ ਪੌੜੀਆਂ ਦੇ ਸਿਖਰ 'ਤੇ ਸੀ ਕਿ ਸਾਡਾ ਦਰਵਾਜ਼ਾ ਤੋੜ ਕੇ 4-5 ਮੁਸਲਮਾਨ ਆ ਗਏ। ਹੇਠਾਂ ਆ ਜਾ ਚੁੱਪ ਕਰਕੇ, ਨਹੀਂ ਤਾਂ ਪੌੜੀ ਖਿੱਚ ਲਵਾਂਗੇ। ਉਸ ਵਕਤ ਮੇਰੀ ਮਾਂ ਨੂੰ ਕੁਝ ਨਾ ਸੁੱਝਿਆ। ਉਸ ਗਹਿਣਿਆਂ ਦੀ ਪੋਟਲੀ ਹੇਠਾਂ ਵਗਾਹ ਮਾਰੀ। 2 ਮੁਸਲਮਾਨ ਉਸ ਨੂੰ ਚੁੱਕ ਕੇ ਭੱਜ ਗਏ। ਦੂਜਿਆਂ ਨੇ ਪੁੱਛਿਆ, ਉਸ ਵਿੱਚ ਕੀ ਸੀ? ਮਾਂ ਦੇ ਦੱਸਣ 'ਤੇ ਉਹ ਵੀ ਉਹਨਾਂ ਦੇ ਪਿੱਛੇ ਭੱਜ ਗਏ। ਇਹ ਕਹਿੰਦਿਆਂ ਹੋਇਆਂ, ਇਸ ਨੂੰ ਤਾਂ ਫਿਰ ਵੀ ਕਾਬੂ ਕਰ ਲਵਾਂਗੇ, ਪਹਿਲਾਂ ਗਹਿਣੇ ਦਾ ਵੰਡ ਲਈਏ। ਗਹਿਣਿਆਂ ਦੀ ਇਸ ਪੋਟਲੀ ਨੇ ਮੇਰੀ ਮਾਂ ਨੂੰ ਬਚਾ ਲਿਆ। ਅਸੀਂ ਸਾਰੇ ਜੀ ਕੋਠਿਆਂ ਤੋਂ ਹੁੰਦੇ ਹੋਏ ਪਛਵਾੜੇ ਸ਼ਾਹ ਦੇ ਘਰ ਪਹੁੰਚ ਗਏ। ਡਰੇ ਹੋਏ, ਸਹਿਮੇ ਹੋਏ ਅਤੇ ਬੇਆਸਰੇ। ਸ਼ਾਹ ਨੇ ਸਾਨੂੰ ਇੱਕ ਅੰਦਰਲੇ ਕੋਠੇ ਵਿੱਚ ਲੁਕੋ ਦਿੱਤਾ। ਅੰਦਰ ਹਨੇਰਾ ਘੁੱਪ ਸੀ ਅਤੇ ਚਾਨਣ ਕਰਨ ਲਈ ਉਹ ਕੋਠੇ ਦਾ ਮੋਗਾ ਨੰਗਾ ਕਰ ਗਿਆ। ਉਸ ਤੋਂ ਪਿੱਛੋਂ ਹਿੰਦੂ ਮਾਸਟਰ ਦਾ ਪਰਿਵਾਰ ਵੀ ਸਾਡੇ ਨਾਲ ਆ ਰਲਿਆ, ਜਿਸ ਨੂੰ ਸ਼ਾਹ ਬਾਹਰ ਉਡੀਕ ਰਿਹਾ ਸੀ।
सारा पिंड खाली हो चुकिया सी। बहुत सारे घरां दे लोग गुरुद्वारे विच इकट्ठे हो गए सन। कई हिंदू सिख परिवार अपने विश्वास पात्रां को चले गए सन। गुरुद्वारे का दरवाज़ा किले का रूप धारण कर गया तो उपरली छत उत्ते छत आले दुआले सिख जवान पोजिशनां लैके बह गए। उन्हां कोल एक दो बंदूकां अते विस्फोटक समगिरी सी। उन्हां इट्टां वट्टे भी इकट्ठे किए हुए सन। दूजे पासे आस पास के पिंडां के मुसलमान वड्डी तादाद में इकट्ठे होने शुरू हो गए। टकराव की स्थिति पैदा हो रही सी। इन्हें नूं रात पै गई। हुण या अली अल्लाहु अकबर के नारे गूंजन लग पे। थोड़े जने मुकाबले पिछों मुसलमान गुरुद्वारे का बाहरला दरवाज़ा तोड़ के अंदर आने कामयाब हो गए। असी बस 2 मिनट चीकां ही सुनिया तो फिर जिवें सुसरी वांग सौं गए। वो सिख जा रहा मुसलमान उन्हों का पिछा कर करके मार रहे सन। गुरुद्वारे चो सिर्फ एक पिछौरा सिंह ही बचिया सी जिहड़ा मुरदियां दे हेठां जान बुझ के लुक गया सी। असी जिहड़े कमरे अंदर डके हुए सां उसके कोठे उत्ते ते मुसलमान एवें दगड़ दगड़ करते सन जिवें वो कोठा हुणे ही डिग पवेगा। उन्हां दे हत्थां 'च फड़ियां छवियां दा लश्कोरा मोगे थाई पै रिहा सी ते साडी जान मुट्ठी विच आई हुई सी। लुट दा माल शाह दे घर भी आ रहा सी। मुसलमान घरां नूं लुटदे हुए देर रात गए तक अल्लाहू ते या अल्लाह दे नारे लांदे रहे ते फिर एक दिन शांत, एकदम शांत, जिवें कुछ होया ही नहीं। सवेर हुई तो शाह जी ने मेरे पिता जी नूं कहा, तुसीं सिख हो ते तुहानूं घर विच रखना खतरा है। सो वो ते बशीर दोवें भरा पिता जी नूं अपने खूह ते लै गए। उत्थे उन्हां ने खूह वाले एक कच्चे कोठे विच इन्हां नूं लुको दिता ते पानी पीण लई एक टिंड भी रख दित्ती। सारी रात मुसलमानां दा खेतां विच लांघा रहा। वो लुट दा माल ढूंढते रहे। पिता जी ये सारा कुछ एक चोर मोरी राहीं देखते रहे तो उन्हां दा साह सुक्या रहा। ये घटना याद करके उन्हां दे लूं कंढे खड़े हो जाते सन। शाह बड़ा उच्चे लम्मे कद दा बंदा सी, हदों वध मलापड़ा ते हसमुख भी सी। वो एक दिन मुसलमानां नाल गल्लां करन लगा कि मैं इत्थे एक सरदार डकिया होया। फिर की सी? 2-4 मुसलमान लुटेरे होर इकट्ठे हो गए ते आखण लगे उसनूं अंदरों कढ। ये सुन के पिता जी की जान कड़िकी विच आ रही सी। वक़्त की नज़ाकत नूं वेखदियां होया शाह ने कहा, ओ मैं कोई मशगूला कीता है? सूर दे पुत्तर ना होण तां इत्थे कोई सरदार सरदूर नहीं है। तो इस तरह उसने उन्होंने अपने खूह तो पहुँचा दिता। 2 दिन एवें ही लंघ गए। साडी माँ ने सानू सिखाया कि तुसीं शाह नूं कहो कि साडे पिता जी नूं घर लै आओ। शाह ने सानू दस्सिया कि कैंप बन गया है, उन्होंने असीं छेती ही लै आवांगे, फिकर वाली कोई गल नहीं। माँ ने साड़ियां गुत्तां कर दित्तियां कि दिन वेले ये पता ना लगे कि असीं सिख मुंडे हां। एक अद्धे दिन विच पिंड कैंप बन गया। वड्डे टुके लोग आने शुरू हो गए सन। शाह ते बशीर दोवें भरा सानू अपने खेतों में लै गए तो पिता जी नूं कच्चे कोठे विचों कढ़िया। उन्होंने कपड़े नाल मुंडासा बन्निया ते दाड़ी लुको लई। सिर ते तसला पुट्ठा मार लिया ते हत्थ विच एक भारा सोटा फड़ लिया। एक भरा अगे तो एक पिछे। इस तरह पता चले कि अपने खेतों में डंगरां नूं कख पट्ठा पा के आए हैं। राह विच जो कुछ भी उन्होंने वेख्या दिल होर दहल गया। असीं शुक्र किया कि वह घर आ गए। हुण असीं तिन्ने कपड़ी शाह दे घरों सेजल अखां नाल बाजार विचों लंघदे कैंप चले गए। पिंड दीयां नालियां खून नाल लाल होईयां पईयां सन। दरबार साहब दे वर्के बाजारां विच खिंडे पए सन। घर जले हुए ते सुनसान सन। पिछों बशीर साडे लई कुछ भांडे ते कपड़े लै आया तां जो राह विच सानूं कोई तकलीफ ना होवे। दोवें भरा सानूं कैंप छड्ड के चले गए। उदासी का पूरा माहौल छाया होया सी। इत्थे ही पता लगा कि ताया जी नूं मुसलमान फड़ के लै गए ते उन्हां नूं किसी दरख्त नाल बन के जला दिता। भूआ दे लड़के की एक बांह कट्टी गई सी। पिंड दे लोग धां मार के मिले। असीं तां लुट्टे पुट्टे गए। तुसीं सुणाओ? कईयां दे जी मारे गए। वो उन्हां नूं याद करके ज़ारो ज़ार रो रहे सन। एक दूजे नूं तरवास देण तो बिना होर कोई चारा नहीं सी। सारे कैंप विच जख्मां दी बो फैली हुई सी। कईयां दी मलम पट्टी हो रही सी। पिंड च सिख मिलिटरी आ गई सी।
ਲੋਕਾਂ ਨੂੰ ਕੁਝ ਸੁੱਖ ਦਾ ਸਾਹ ਆਇਆ। ਅਗਲੀ ਪਲਕ ਟਰੱਕਾਂ ਨੇ ਚੱਲਣਾ ਸੀ। ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਕਵੇਲਾ ਹੋ ਗਿਆ, ਅਤੇ ਇਸ ਲਈ ਖੁੱਲ੍ਹੇ ਪਿੜ 'ਚ ਰਾਤ ਠਹਿਰਨਾ ਪਿਆ। ਮਿਲਟਰੀ ਦੇ ਜਵਾਨ ਤਾਇਨਾਤ ਸਨ। ਇੱਕ ਵਾਰ ਰਾਤ ਨੂੰ ਮੁਸਲਮਾਨ ਇਸ ਕਾਫਲੇ ਦੇ ਵੱਲ ਵਧੇ। ਉਹਨਾਂ ਨੇ ਹਵਾਈ ਫਾਇਰ ਵੀ ਕੀਤੇ ਅਤੇ ਉਹ ਜਿੱਧਰੋਂ ਆਏ ਉੱਧਰ ਭੱਜ ਗਏ। ਲੋਕਾਂ 'ਚ ਆਮ ਚਰਚਾ ਸੀ ਕਿ ਰਾਹ 'ਚ ਤਲਾਸ਼ੀ ਹੋਵੇਗੀ। ਫਿਰ ਕੀ ਸੀ? ਸੋਨਾ ਚਾਂਦੀ ਪੈਰਾਂ ਦੀਆਂ ਜੁੱਤੀਆਂ ਦੇ ਤਲਿਆਂ ਵਿੱਚ ਲੁਕੋਇਆ ਜਾਣ ਲੱਗਾ। ਕਈਆਂ ਨੇ ਰੁਪਈਏ ਪੈਸੇ ਸਲਵਾਰਾਂ ਦੇ ਪਜਾਮਿਆਂ ਦੇ ਨੇਫਿਆਂ 'ਚ ਪਾ ਲਏ। ਇੱਕ ਮਾਈ ਨੇ ਆਪਣੇ ਗਲੇ ਦਾ ਹਾਰ ਲਾਹ ਕੇ ਇੱਕ ਜਵਾਨ ਨੂੰ ਦੇ ਦਿੱਤਾ ਤਾਂ ਕਿ ਤਲਾਸ਼ੀ ਤੋਂ ਬਾਅਦ ਲੈ ਲਵਾਂਗੀ। ਟਰੱਕ ਚੱਲਦੇ ਗਏ। ਰਾਹ ਵਿੱਚ ਕੋਈ ਰੁਕਾਵਟ ਨਾ ਆਈ। ਬਸ ਵਜ਼ੀਰਾਬਾਦ ਇੱਕ ਰਾਤ ਕੱਟਣੀ ਪਈ। ਉਹ ਕਹਿਰਾਂ ਦੀ ਰਾਤ ਸੀ ਅਤੇ ਮਨ ਤੋਖਲਿਆਂ ਨਾਲ ਭਰਿਆ ਹੋਇਆ। ਕਿਤੇ ਰਾਹ ਵਿੱਚ ਬਲੋਚ ਮਿਲਟਰੀ ਨਾਲ ਟਕਰਾ ਜਾਵੇ। ਸਵੇਰ ਹੁੰਦਿਆਂ ਸਾਰ ਸਾਰੇ ਲੋਕੀ ਕਾਹਲੀ ਵਿੱਚ ਟਰੱਕਾਂ ਵਿੱਚ ਸਵਾਰ ਹੋ ਰਹੇ ਸਨ। ਇੱਕ ਸਿੱਖ ਜਵਾਨ ਹੱਥ 'ਚ ਸੋਨੇ ਦਾ ਹਾਰ ਲਮਕਾਈ ਕਹਿ ਰਿਹਾ ਸੀ ਕਿ ਕਿਸ ਦਾ ਹਾਰ ਹੈ। ਕੋਈ ਮਾਈ ਮੈਨੂੰ ਫੜਾ ਗਈ ਸੀ। ਇਹਨੇ ਇਕੱਠ ਵਿੱਚ ਪਤਾ ਨਹੀਂ ਉਹ ਬੁੱਢੀ ਮਾਂ ਉਸ ਨੂੰ ਮਿਲੀ ਜਾਂ ਨਹੀਂ। ਹਰ ਕੋਈ ਸਰਹੱਦ ਪਾਰ ਕਰਨ ਦੀ ਉਡੀਕ ਵਿੱਚ ਸੀ। ਹੁਣ ਮੇਰਾ ਦਿਲ ਬਹੁਤ ਕਰਦਾ ਹੈ ਕਿ ਮੈਂ ਆਪਣੇ ਪਿੰਡ ਨੂੰ ਉੱਡ ਕੇ ਵੇਖ ਆਵਾਂ। ਉੱਥੇ ਦੀਆਂ ਗਲੀਆਂ ਬਾਜ਼ਾਰਾਂ ਦੇਖਾਂ ਜਿੱਥੇ ਮੇਰੇ ਨਿੱਕੇ ਪੈਰਾਂ 'ਤੇ ਤੁਰਨਾ ਸਿੱਖਿਆ। ਪਰ ਉੱਥੇ ਮੈਨੂੰ ਕੌਣ ਸਮਝਾਣੇਗਾ? ਪਿਤਾ ਜੀ ਦੇ ਹੁੰਦਿਆਂ ਹੀ ਇੱਕ ਚਿੱਠੀ ਆਈ ਸੀ ਕਿ ਸ਼ਾਹ ਜੀ ਪੂਰੇ ਹੋ ਗਏ ਸਨ। ਹੁਣ ਤਾਂ ਚਾਚਾ ਬਸ਼ੀਰ ਵੀ ਨਹੀਂ ਰਿਹਾ ਹੋਣਾ। ਉੱਥੇ ਮੈਨੂੰ ਕੌਣ ਆਪਣੇ ਗਲ ਨਾਲ ਲਾਵੇਗਾ? ਨਵੀਂ ਪਨੀਰੀ ਤੋਂ ਕੀ ਪਤਾ ਵੰਡ ਦੇ ਦਰਦਾਂ ਦਾ, ਜੋ ਅਸੀਂ ਨੰਗੇ ਪਿੰਡੇ ਹੰਢਾਇਆ ਹੈ। ਜਿਸ ਦਾ ਖੇਡਣ ਵਾਲਾ ਘਰ ਹੀ ਉੱਜੜ ਜਾਵੇ, ਉਸ ਦਾ ਪਿੱਛੇ ਕੀ ਰਿਹਾ? ਇੰਨਾ ਕੁਝ ਗਵਾ ਕੇ ਅਸੀਂ ਖੁਦਾ ਦੇ ਬੰਦੇ ਨਹੀਂ ਬਣੇ। ਸਾਡੇ ਦਿਲਾਂ ਅੰਦਰ ਅਜੇ ਵੀ ਭਰਮ ਭੁਲੇਖੇ ਪਲ ਰਹੇ। ਇਹ ਖੁਦਾ ਤੋਂ ਹੀ ਸਾਡੇ 'ਤੇ ਰਹਿਮ ਕਰ। ਇਹ ਖੁਦਾ ਤੂੰ ਹੀ ਸਾਡੇ 'ਤੇ ਰਹਿਮ ਕਰ। ਤੇਰਾ ਘਰ ਜਦੋਂ ਵੀ ਢੱਠਾ ਉਹ ਮੁੜ ਉਸਰ ਗਿਆ। ਪਰ ਮਨੁੱਖ ਦਾ ਘਰ ਬਣਨ ਲਈ ਮੁੱਦਤਾਂ ਲੱਗ ਜਾਂਦੀਆਂ ਨੇ। ਤੂੰ ਹੀ ਆਪਣੀ ਕਾਇਨਾਤ ਨੂੰ ਸਿਮਤ ਬਖਸ਼ ਤਾਂ ਜੋ ਇਹੋ ਜਿਹੇ ਦਿਨ ਮੁੜ ਨਾ ਵੇਖਣੇ।